ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੋਪਰ ਸ਼ੋ PTN 24 ਦੇ ਉੱਤੇ। ਅੱਜ ਸ਼ੁੱਕਰਵਾਰ ਦਾ ਦਿਨ ਆ ਔਰ ਵੀਕਐਂਡ ਆ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਆਪਣਾ ਵੀਕਐਂਡ ਬਹੁਤ ਇੰਜੋਏ ਕਰੋਗੇ। ਗੁਰੂ ਸਾਹਿਬ ਤੁਹਾਡੇ ਪਰਿਵਾਰਾਂ ਨੂੰ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਸਾਡੀ ਜਿਹੜੀ ਗੱਲਬਾਤ ਹੈ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਤੇ ਚੱਲ ਰਹੀ ਆ ਔਰ ਸਾਡੇ ਨਾਲ ਬਹੁਤ ਹੀ ਪਿਆਰੀ ਸ਼ਖਸੀਅਤ ਸਰਦਾਰ ਸੋਹਣ ਸਿੰਘ ਜੀ ਖਾਲਸਾ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਦਲਕਰਨ ਸਿੰਘ ਬੋਪਾ ਰਾਏ ਵੱਲੋਂ ਟਰਾਈ ਸਿਟੀ ਦੇ ਨਾਲ ਕੰਮ ਕਰਦੇ ਰੀਅਲ ਸਟੇਟ ਦੀਆਂ ਸੇਵਾਵਾਂ ਦੇ ਲਈ ਉਹਨਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਸੋ ਸੋਹਣ ਸਿੰਘ ਜੀ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਔਰ ਮੇਰਾ ਸਵਾਲ ਆ ਕਿ ਆਪਾਂ ਇਸ ਲੜੀ ਨੂੰ ਅੱਗੇ ਤੋਰੀਏ ਜੀ। ਉਸ ਤੋਂ ਪਹਿਲਾਂ ਅੱਜ ਮੈਨੂੰ ਸੁਣਨ ਦੇ ਵਿੱਚ ਆਇਆ ਪਿਛਲੇ ਕਾਫੀ ਸਮੇਂ ਤੋਂ ਕੁਝ ਇੱਕ ਵਿਦਵਾਨ ਜਿਹੜੇ ਆ ਸਿੱਖੀ ਦੇ ਬਹੁਤ ਤਗੜੇ ਵਿਦਵਾਨ ਉਹ ਬਾਬਾ ਬਕਾਲਾ ਦੀ ਹੋਂਦ ਨੂੰ ਮੰਨਣ ਤੋਂ ਮੁਨਕਰ ਆ। ਥੋੜਾ ਜਿਹਾ ਦੱਸੋਗੇ ਆਪਾਂ ਸ਼ਹੀਦੀ ਤੋਂ ਪਹਿਲਾਂ ਜਿਹੜਾ ਇਹ ਆ ਕੀ ਇਹਦਾ ਇਤਿਹਾਸ ਕੀ ਆ ਔਰ ਕਿਸ ਤਰ੍ਹਾਂ ਇਹ ਆ। ਬਾਬਾ ਬਕਾਲਾ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਬਾਰਕ ਚਰਨ ਪੈਣ ਦੇ ਨਾਲ ਬਾਬਾ ਬਕਾਲਾ ਸਾਹਿਬ ਹੋ ਗਿਆ। ਬਕਾਲਾ ਸੀ ਫਿਰ ਬਾਬਾ ਬਕਾਲਾ ਸਾਹਿਬ ਹੋ ਗਿਆ ਜੀ। ਅਸਲ ਦੇ ਵਿੱਚ ਇਸੇ ਪਿੰਡ ਤੇ ਮਾਤਾ ਨਾਨਕੀ ਜੀ ਦੇ ਪੇਕੇ ਨੇ, ਇੱਥੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਨੇ। ਜਿਸ ਮਕਾਨ ਦੇ ਅੰਦਰ ਗੁਰੂ ਸਾਹਿਬ ਨੇ ਜਾ ਕੇ ਡੇਰਾ ਲਾਇਆ 1630 ਦੇ ਵਿੱਚ, ਮਾਫ ਕਰਨਾ 1644 ਦੇ ਵਿੱਚ, ਤੇ ਉਹ ਮਕਾਨ ਹੁਕਮ ਜਿਹੜਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ, ਬੇਟਾ ਤੁਸੀਂ ਬਾਬੇ ਬਕਾਲੇ ਚਲੇ ਜਾਓ। ਭਾਈ ਮੇਰਾ ਜਿਹੜਾ ਗੁਰੂ ਸਾਹਿਬ ਦਾ ਸਿੱਖ ਸੀ ਉਹਨੇ ਤੇ ਬਣਾਇਆ ਸੀ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਲਾ ਮਾਮਾ ਕਿਰਪਾਲ ਚੰਦ ਜੀ, ਮਾਤਾ ਗੁਜਰੀ ਜੀ ਦਾ ਭਰਾ, ਉਹ ਵੀ ਇੱਥੇ ਆਉਂਦੇ ਰਹੇ ਨੇ। ਗੁਰੂ ਹਰਰਾਏ ਸਾਹਿਬ ਵੀ ਇੱਥੇ ਪਧਾਰੇ ਨੇ। ਇਸ ਕਰਕੇ ਬਾਬਾ ਬਕਾਲਾ ਸਾਹਿਬ ਦੀ ਹੋਂਦ ਨੂੰ ਨਕਾਰਨਾ, ਮੈਂ ਤੇ ਬੜਾ ਹੈਰਾਨ ਹੁੰਦਾ। ਜਿਹੜੇ ਅੱਜ ਦੇ ਵਿਦਵਾਨ ਨੇ ਭੋਰੇ ਤੇ ਵੀ ਗੱਲ ਕਰਦੇ ਨੇ, ਇਸ ਮਕਾਨ ਦੇ ਅੰਦਰ ਭੋਰਾ ਹੈ ਸੀ। ਪੁਰਾਣੇ ਸਮੇਂ 'ਚ ਭੋਰੇ ਆਮ ਬਣਦੇ ਹੁੰਦੇ ਸੀ। ਮੈਂ ਇੱਕ ਗੱਲ ਤਾਂ ਉਹਨਾਂ ਨੂੰ ਜਿਹੜੀ ਹੈਗੀ ਆ ਕਿ ਜੀ ਗੁਰੂ ਤੇਗ ਬਹਾਦਰ ਸਾਹਿਬ ਭੋਰੇ 'ਚ ਬਹਿ ਕੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਜੀ। ਪਰ ਕਈ ਵਾਰ ਉਹਨਾਂ ਦੇ ਇਹੋ ਜਿਹੇ ਵਿਦਵਾਨ ਨੇ, ਉਹਨਾਂ ਦਾ ਦਿਮਾਗ ਸ਼ਾਇਦ ਹੋ ਸਕਦਾ ਕਿ ਗੁਰੂ ਸਾਹਿਬ ਭੋਰੇ 'ਚ ਹੀ ਬੈਠੇ ਰਹੇ ਅੰਦਰ ਵੜ ਕੇ। ਇਹ ਨਹੀਂ, ਬਾਹਰ ਪ੍ਰਚਾਰ ਵੀ ਜਾਂਦੇ ਰਹੇ। ਪਹਿਲਾਂ ਗੱਲ ਕਰਕੇ ਗਿਆ 1658 ਤੋਂ ਲੈ ਕੇ 1664 ਤੱਕ ਦਾ ਇੱਕ ਦੌਰਾ, ਜਿਹਦੇ 'ਚ ਗੁਰੂ ਸਾਹਿਬ ਦਾ ਪੜਵਈਆ ਭਾਈ ਸਾਧੂ, ਬੀਬੀ ਬੀਰੋ ਦੇ ਘਰ ਵਾਲਾ ਵੀ ਨਾਲ ਸੀ, ਮਾਤਾ ਨਾਨਕੀ ਜੀ ਵੀ ਨਾਲ ਸੀ, ਸੂਰਜਮਲ ਦੇ ਘਰੋਂ ਵੀ ਨਾਲ ਸੀ। ਇੱਕ ਵਹੀਰ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਸਫ਼ਰ ਕੀਤਾ। ਜੇ ਭੋਰੇ ਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ, ਜਿਹੜੇ ਡੇਟ ਆ ਕਿ ਗੁਰੂ ਸਾਹਿਬ ਭੋਰੇ 'ਚ ਕਿੰਨਾ ਚਿਰ ਰਹੇ, ਅਸਲ 'ਚ ਇਹ ਥੋੜੀ ਹੈ ਭੋਰੇ 'ਚ ਹੀ ਬੈਠੇ ਰਹਿਣਾ। ਗੁਰੂ ਸਾਹਿਬ ਨੇ ਪ੍ਰਚਾਰ ਕੀਤਾ, ਉਹਨਾਂ ਦੇ ਮੋਢਿਆਂ ਤੇ ਉਹਨਾਂ ਨੂੰ ਯੋਗ ਜਾਣ ਕੇ ਗੁਰੂ ਹਰਰਾਏ ਸਾਹਿਬ ਨੇ ਵੱਡੀ ਜ਼ਿੰਮੇਵਾਰੀ ਪਾਈ ਸੀ। ਆਲੇ ਦੁਆਲੇ ਦੇ ਪਿੰਡਾਂ ਵਿੱਚ ਕਾਲੇ ਕੇ ਹੋਰ ਬਹੁਤ ਸਾਰੇ ਪਿੰਡ ਨੇ ਆਲੇ ਦੁਆਲੇ ਬਾਬਾ ਬਕਾਲਾ ਸਾਹਿਬ ਦੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਬਾਰਕ ਚਰਨ ਬਤੌਰ ਬਾਬਾ ਤੇਗ ਬਹਾਦਰ ਸਾਹਿਬ ਪਏ ਨੇ। ਇੱਥੋਂ ਹੀ ਚੱਲ ਕੇ ਤੇ ਉਹ ਪਹਿਲਾਂ ਅੰਮ੍ਰਿਤਸਰ ਸਾਹਿਬ ਗਏ ਨੇ, ਇੱਥੋਂ ਹੀ ਚੱਲ ਕੇ ਉਹ ਕੀਰਤਪੁਰ ਸਾਹਿਬ ਗਏ ਨੇ, ਕੀਰਤਪੁਰ ਸਾਹਿਬ ਤੋਂ ਚੱਲ ਕੇ ਉਹਨਾਂ ਨੇ 1665 ਦੇ ਵਿੱਚ ਚੱਕ ਨਾਨਕੀ ਮੌਜੂਦਾ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ ਹੈ। ਇਸ ਕਰਕੇ ਬਾਬਾ ਬਕਾਲਾ ਸਾਹਿਬ ਇੱਕ ਇਤਿਹਾਸਿਕ ਸਥਾਨ ਹੈ ਸਾਡਾ। ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਭੋਰੇ ਵਾਲੇ ਜਿਹੜੇ ਨੇ 26 ਸਾਲਾਂ ਵਾਲੀ, ਉਹਨੂੰ ਜ਼ਰੂਰ ਵਿਚਾਰਿਆ ਜਾ ਸਕਦਾ ਸਿੱਖ ਇਤਿਹਾਸ ਦੇ ਮੁਤਾਬਕ। ਹਾਂਜੀ, ਭੋਰੇ 'ਚ 26 ਸਾਲ ਘੁੰਮ ਫਿਰ ਕੇ ਆ ਕੇ ਤੇ ਭੋਰੇ ਜੀ ਇੱਥੇ ਬੈਠੇ ਰਹੇ ਆ, ਭਰਤੀ ਕਰਦੇ ਰਹੇ ਆ। ਯਾਤਰਾਵਾਂ ਉਹਨਾਂ ਨੇ ਕੀਤੀਆਂ ਨੇ, ਯਾਤਰਾਵਾਂ ਸਾਡੇ ਕੋਲ ਲਿਸਟ ਹੈ, ਸਾਡੇ ਕੋਲ। ਮੰਨ ਲਓ ਮੈਂ ਆਪਣੇ ਘਰ ਦੇ ਵਿੱਚ ਪਿਛਲੇ ਇੱਕ ਘਰ ਦੇ ਵਿੱਚ 18 ਸਾਲ ਤੋਂ ਰਹਿ ਰਿਹਾ। ਪਹਿਲੇ ਕਹਿੰਦੇ ਜਸਵੀਰ ਸਿੰਘ ਇਸ ਘਰ 'ਚ 18 ਸਾਲ ਤੋਂ ਰਹੇਗਾ। ਇਹਦਾ ਮਤਲਬ ਇਹ ਨਹੀਂ ਜਸਵੀਰ ਸਿੰਘ ਸਾਰਾ ਦਿਨ ਘਰੇ ਹੀ ਬੈਠਾ ਰਹਿੰਦਾ। ਦੇਖੋ ਭਾਈ ਮੇਰਾ ਜਿਹੜਾ ਗੁਰੂ ਸਿੱਖ ਸੀ, ਜਿਹਨੇ ਮਕਾਨ ਬਣਾਇਆ ਸੀ, ਉਹਨੇ ਮਕਾਨ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਇਹ ਸਾਡੇ ਕੋਲ ਪੂਰਾ ਇਤਿਹਾਸ ਹੈ। ਇਸ ਕਰਕੇ ਬਾਬਾ ਬਕਾਲਾ ਸਾਡਾ ਇਤਿਹਾਸਿਕ ਸਥਾਨ ਹੈ। ਇਹਦਾ ਮਤਲਬ ਵੀ ਉਹ ਸਾਡੇ ਵਿਦਵਾਨ ਜਿਹੜੇ ਪ੍ਰਚਾਰਕ ਹਵਾ 'ਚ ਗੱਲਾਂ ਮਾਰਦੇ ਆ, ਅਸਲੀਅਤ ਨਹੀਂ ਹੈ। ਦੇਖੋ ਇਹਨੂੰ ਨਕਾਰਨ ਵਾਲੇ ਮੈਨੂੰ ਨਹੀਂ ਲੱਗਦਾ ਕੋਈ ਵਿਦਵਾਨ ਹੋਵੇ ਜੇ ਕੋਈ ਬਾਬਾ ਬਕਾਲੇ ਦੀ ਧਰਤੀ ਨੂੰ ਨਕਾਰੇਗਾ। ਸਾਡਾ ਤੇ ਬਹੁਤ ਹੀ ਮਹੱਤਵਪੂਰਨ ਉਹ ਸਥਾਨ ਹੈ ਜਿੱਥੇ ਬਾਬਾ ਮੱਖਣ ਸ਼ਾਹ ਲਵਾਣਾ ਨੇ, ਗੁਰੂ ਸਾਹਿਬ ਤਾਂ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਬਿਲਕੁਲ ਜੀ, ਇਹ ਭਾਈ ਗੁਰਦਾਸ ਜੀ, ਮੈਂ ਖੁਦ ਦਰਸ਼ਨ ਕੀਤੇ ਜੀ। ਬਿਲਕੁਲ ਜੀ, ਬਿਲਕੁਲ। ਦਾਸ ਵੀ ਉੱਥੇ ਗਿਆ ਜੀ। ਅਸੀਂ ਗੱਲ ਜਦੋਂ ਸ਼ਹਾਦਤਾਂ ਦੀ ਕਰਦੇ ਸੀ, ਭਾਈ ਮਤੀ ਦਾਸ ਦੋ ਫਾੜ ਕਰ ਦਿੱਤਾ ਗਿਆ। ਕਾਜੀ ਅਬਦੁਲ ਵਹਾਬ ਬੋਰਾ ਦੀ ਪਹਿਲੀ ਹਾਰ ਹੋ ਗਈ। ਹੁਣ ਕਾਜੀ ਅਬਦੁਲ ਵਹਾਬ ਬੋਰਾ ਸੋਚਦਾ ਕਿ ਵੀ ਇਹ ਤਰੀਕਾ ਕਾਰਗਰ ਸਾਬਤ ਨਹੀਂ ਹੋਇਆ, ਭਾਈ ਦਿਆਲ ਦਾਸ ਨੂੰ ਸ਼ਹੀਦ ਕਰਨ ਦਾ ਤਰੀਕਾ ਬਦਲਿਆ ਜਾਵੇ, ਸ਼ਾਇਦ ਗੁਰੂ ਜੀ ਤੇ ਅਸਰ ਹੋ ਜਾਵੇ। ਉਹਨੇ ਤਰੀਕਾ ਕੱਢਿਆ ਕਿ ਇਹਨਾਂ ਨੂੰ ਦੇਗ ਵਿੱਚ ਉਬਾਲਿਆ ਜਾਵੇ। ਜ਼ਰੂਰ ਠੰਡੇ ਪਾਣੀ 'ਚ ਬਿਠਾ ਲਿਆ ਹੋਣਾ, ਥੱਲੇ ਅੱਗ ਬਾਲੀ ਹੋਣੀ ਹੈ ਵੀ ਹੌਲੀ ਹੌਲੀ ਪਾਣੀ ਗਰਮ ਹੋਣਾ ਹੈ, ਜਦੋਂ ਸਿੱਖ ਨੂੰ ਸੇਕ ਲੱਗੇਗਾ ਤੇ ਅਸੀਂ ਬਾਹਰ ਕੱਢ ਲਵਾਂਗੇ, ਆਪਣਾ ਧਰਮ ਬਦਲ ਨੂੰ ਮੰਨ ਜਾਏਗਾ। ਪਰ ਅਫਰੀਨ ਉਹ ਸਿੱਖ ਦੇ
ਦੇਗ ਵਿੱਚ ਉਬਲ ਗਿਆ, ਹੱਡੀਆਂ ਅਲੱਗ ਹੋ ਗਈਆਂ, ਮਾਸ ਅਲੱਗ ਹੋ ਗਿਆ, ਸ਼ਹੀਦੀ ਪ੍ਰਾਪਤ ਕਰ ਗਿਆ, ਪਰ ਆਪਣਾ ਸਿਦਕ ਨਹੀਂ ਜਹਾਰਿਆ। ਕਾਜੀ ਅਬਦੁਲ ਵਹਾਬ ਬੋਹਰਾ ਦੀ ਦੂਜੀ ਹਾਰ ਹੋ ਗਈ। ਇਤਿਹਾਸ ਦੱਸਦਾ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੀ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਸਿੱਖਾਂ ਨੂੰ ਕਿ ਗੁਰੂ ਸਾਹਿਬ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਆ, ਸ਼ਾਇਦ ਗੁਰੂ ਸਾਹਿਬ ਡੋਲ ਜਾਣ। ਹੁਣ ਕਾਜੀ ਅਬਦੁਲ ਵਹਾਬ ਬੋਹਰਾ ਫੇਰ ਸੋਚਦਾ ਵੀ ਹੈ ਗੁਰੂ ਸਾਹਿਬ ਦਾ ਦੂਜਾ ਸਿੱਖ ਵੀ ਸ਼ਹੀਦ ਹੋ ਗਿਆ, ਭਾਈ ਸਤੀ ਦਾਸ, ਜਿਹੜਾ ਭਾਈ ਮਤੀ ਦਾਸ ਦਾ ਸਕਾ ਭਰਾ ਆ। ਤਰੀਕਾ ਬਦਲਦੇ ਆ। ਇਸ ਵੇਲੇ ਇੱਥੇ ਨਾ ਪਾਣੀ ਦੀ ਨਹਿਰ ਇੱਕ ਜਮਨਾ ਚੋਂ ਨਿਕਲਦੀ ਸੀ, ਜਿਹੜੀ ਫਤਿਹਪੁਰੀ ਤੱਕ ਜਾ ਕੇ ਜਾਂਦੀ ਸੀ। ਫਤਿਹਪੁਰੀ ਜਾ ਕੇ ਇਹਦੇ 2 ਟੁਕੜੇ ਹੁੰਦੇ ਸੀ, ਪੂਰੇ ਦਿੱਲੀ ਸ਼ਹਿਰ ਨੂੰ ਪਾਣੀ ਸਪਲਾਈ ਹੁੰਦਾ ਸੀ। ਨਹਿਰ ਦੇ ਕਿਨਾਰੇ ਜਿੱਥੇ ਸੀਸਗੰਜ ਸਾਹਿਬ ਗੁਰਦੁਆਰਾ, ਇਹਦੇ ਅੱਗਿਓਂ ਦੀ ਪਾਣੀ ਦੀ ਨਹਿਰ ਨਿਕਲਦੀ ਹੁੰਦੀ ਸੀ। ਭਾਈ ਸਤੀ ਦਾਸ ਨੂੰ ਰੂਮ ਵਿੱਚ ਲਪੇਟਿਆ ਗਿਆ, ਨਹਿਰ ਦੇ ਕਿਨਾਰੇ ਖੜਾ ਕੀਤਾ ਗਿਆ ਕਿ ਜੇ ਕਿਤੇ ਇਹੀ ਸਿੱਖ ਮੰਨ ਜਵੇ ਧੱਕਾ ਦੇ ਕੇ ਪਾਣੀ ਸੁੱਟ ਦਿਆਂਗੇ। ਖਾਲਸਾ ਜੀ, ਮੇਰਾ ਇੱਕ ਹੋਰ ਸਵਾਲ ਆ, ਕਿਉਂਕਿ ਸਾਡੇ ਕੋਲ ਅੱਜ ਟੌਪਿਕ ਜਿਹੜਾ ਹੈ ਸਮਾਪਤੀ ਨਹੀਂ ਹੋਣੀ ਤੇ ਅਸੀਂ ਇਸੇ ਲੜੀ ਨੂੰ ਅਗਲੇ ਹਫਤੇ ਫਿਰ ਜੋੜਾਂਗੇ ਜੀ। ਪਰ ਨਾਲ ਦੀ ਨਾਲ ਅਸੀਂ ਗੁਰਦੁਆਰਾ ਸਾਹਿਬਾਨ ਜਿਹੜਾ ਅੱਜ ਕੱਲ ਸਰੂਪ ਆ, ਗੁਰਦੁਆਰਾ ਸਾਹਿਬ ਦਾ ਸਟਰਕਚਰ ਆ ਅੱਜ ਕੱਲ ਜਿਹੜਾ, ਚਾਹੇ ਉਹ ਨਨਕਾਣਾ ਸਾਹਿਬ ਆ, ਚਾਹੇ ਅਨੰਦਪੁਰ ਸਾਹਿਬ ਆ, ਦਰਬਾਰ ਸਾਹਿਬ ਜਾਂ ਹੋਰ ਜਿੰਨੇ ਵੀ ਆ ਜੀ। ਦਰਬਾਰ ਸਾਹਿਬ ਆਪਾਂ ਹੋਂਦ ਮੰਨਦੇ ਕਿ ਗੁਰੂ ਸਾਹਿਬ ਜੀ ਨੇ ਆਪ ਆਪਣੇ ਹੱਥੀਂ ਸਵਾਰ ਡਿਜ਼ਾਈਨ ਹੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ, ਉਹ ਐਜ਼ ਇਟ ਇਜ਼ ਹੈ। ਆਮ ਅਸੀਂ ਗੁਰਦੁਆਰੇ ਦੀ ਜਿਹੜੀ ਦੇਖਿਆ ਉਹ ਬਦਲਦੇ ਜਾ ਰਹੇ ਆ, ਪਰ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਨਨਕਾਣਾ ਸਾਹਿਬ ਦੀ ਜਿਹੜੀ ਮੌਜੂਦਾ ਹੁਣ ਬਿਲਡਿੰਗ ਆ, ਜਿਹੜਾ ਉੱਥੇ ਗੁਰਦੁਆਰਾ ਸਾਹਿਬਾਨ ਜਾਂ ਕਰਤਾਰਪੁਰ ਸਾਹਿਬ ਜਾਂ ਹੋਰ, ਕਿ ਇਹਨਾਂ ਨੂੰ ਕਿਸ ਤਰ੍ਹਾਂ ਕਦੋਂ ਸਮੇਂ ਦੇ ਵਿੱਚ ਕਿਸ ਤਰ੍ਹਾਂ ਕਿਹੜੇ ਸਿੱਖ ਨੇ ਜਿਹੜਾ ਹੋਂਦ ਦੇ ਵਿੱਚ ਲਿਆਂਦਾ। ਸੋ ਇਹਨਾਂ ਬਾਰੇ ਵੀ ਅਸੀਂ ਜਿਹੜੀ ਹੈਗੀ ਜੀ ਖੁੱਲ੍ਹ ਕੇ ਗੱਲ ਕਰਾਂਗੇ ਆਉਣ ਵਾਲੇ ਹਫਤੇ ਦੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ। ਮੇਰਾ ਅੱਜ ਕੱਲ੍ਹ ਕੁਝ ਇੱਕ ਭੁੱਲੜ ਲੋਕ ਜੀ ਕਹਿੰਦੇ ਆ ਜੀ ਮਤੀ ਦਾਸ ਸ਼ਰਮਾ। ਦੇਖੋ ਜਦੋਂ ਬੰਦਾ ਦੇਖੋ ਅਸਲ 'ਚ ਜਦੋਂ ਸਿੱਖ ਗੋਤਾਂ 'ਚ ਨਹੀਂ ਪੈਂਦਾ ਨਾ ਜਾਤਾਂ 'ਚ ਪੈਂਦਾ। ਜਾਤ ਜਨਮ ਨਹਿ ਪੁੱਛੀਏ ਸੱਚ ਕਰ ਲਿਓ ਬਤਾਏ, ਸਾ ਜਾਤ ਸਭ ਪਤ ਹੈ ਜਿਹੇ ਕਰਮ ਕਵਾਏ, ਫੱਕੜ ਜਾਤੀ ਫੱਕੜ ਨਾ ਸਭਨਾ ਜੀਆਂ ਇੱਕ ਆਸ਼ਾਮ। ਇਸ ਕਰਕੇ ਗੁਰੂ ਘਰ ਦੇ ਅੰਦਰ ਸਾਡਾ ਤੇ ਧਰਮ ਹੀ ਜਾਤ ਪਾਤ ਦੇ ਵਿਰੋਧ 'ਚ ਖੜਾ ਕੀਤਾ ਗੁਰੂ ਸਾਹਿਬ ਨੇ ਕਿ ਨਹੀਂ, ਪੂਰੀ ਦੁਨੀਆ ਦੇ ਮਨੁੱਖ ਭੈਣਾਂ ਤੇ ਭਰਾ ਨੇ। ਇਹ ਸਾਡਾ ਫਲਸਫਾ ਕਹਿੰਦਾ। ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਹੋ ਉਬਾਰ। ਹੁਣ ਅਸਲ ਦੇ ਵਿੱਚ ਇਹ ਗੱਲ ਤੇ ਸੱਚ ਹੈ ਕਿ ਉਹ ਸ਼ਿੱਬਰ ਬ੍ਰਾਹਮਣ ਸੀ, ਪਰ ਉਹ ਗੁਰੂ ਦੇ ਸਿੱਖ ਨੇ। ਉਹਨਾਂ ਦੇ ਬਜ਼ੁਰਗ ਉਹਨਾਂ ਨੂੰ ਆ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਛੱਡ ਕੇ ਗਏ ਨੇ ਤੇ ਇਹਨਾਂ ਨੇ ਸਿੱਖੀ ਧਾਰਨ ਕੀਤੀ। ਇਹਨਾਂ ਦੇ ਪਰਿਵਾਰ ਸਿੰਘ ਸੱਜ ਕੇ ਸ਼ਹੀਦ ਵੀ ਹੋਏ ਨੇ। ਆਉਣ ਵਾਲੇ ਸਮੇਂ 'ਚ ਆਪਾਂ ਇਹਦੇ ਤੇ ਵੀ ਗੱਲ ਕਰਾਂਗੇ। ਇਸ ਕਰਕੇ ਹੁਣ ਅਲੱਗ-ਅਲੱਗ ਜਾਤਾਂ ਦੇ ਵਿੱਚੋਂ ਆ ਕੇ ਜਿਹੜੇ ਸਿੰਘ ਸੱਜ ਗਏ, ਸਿੱਖ ਬਣ ਗਏ, ਉਹਨਾਂ ਦੀ ਪੁਰਾਣੀ ਜਾਤ, ਪੁਰਾਣੀ ਕੁਲ, ਪੁਰਾਣਾ ਧਰਮ, ਪੁਰਾਣਾ ਧਰਮ ਸਭ ਕੁਝ ਨਾਸ਼ ਹੋ ਗਿਆ ਤੇ ਇੱਕ ਨਵੇਂ ਧਰਮ ਵਿੱਚ ਗੁਰੂ ਸਾਹਿਬ ਤਾਂ ਕਹਿੰਦੇ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਜੀ। ਬਿਲਕੁਲ ਗਵਨ ਮਿਟ ਗਿਆ, ਸਾਰਾ ਕੁਝ ਪਿਛਲਾ ਸਾਡਾ ਜੋ ਕੁਝ ਹੈ ਉਹ ਸਾਰਾ ਕੁਝ ਖਤਮ ਹੋ ਗਿਆ। ਇਸ ਕਰਕੇ ਤੁਹਾਡਾ ਸਵਾਲ ਬੜਾ ਵਾਜਬ ਹੈ ਜੀ। ਇੱਥੇ ਜਾਤਾਂ ਤਾਂ ਗੋਤਾਂ ਦੀ ਗੱਲ ਨਹੀਂ ਹੈ। ਹੁਣ ਗੁਰੂ ਨਾਨਕ ਸਾਹਿਬ ਬੇਦੀ ਸੀ, ਅਗਲੇ ਗੁਰੂ ਸਾਹਿਬ ਸਾਡੇ ਤ੍ਰੇਹਨ ਸੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ ਜੀ ਭੱਲੇ ਸਨ, ਗੁਰੂ ਰਾਮਦਾਸ ਪਾਤਸ਼ਾਹ ਜੀ ਸੋਢੀ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਸਾਰੇ ਸੋਢੀ ਪਾਤਸ਼ਾਹ ਨੇ ਸਾਡੇ। ਪਰ ਗੁਰੂ ਨੇ ਤੇ ਜਾਤਾਂ ਤੇ ਗੋਤਾਂ ਦੀ ਗੱਲ ਮੁਕਾ ਕੇ ਇੱਕ ਖਾਲਸਾ ਕਾਇਮ ਕਰ ਦਿੱਤਾ। ਪੁਰਾਣਾ ਧਰਮ, ਪੁਰਾਣੀ ਜਾਤ, ਪੁਰਾਣਾ ਕਰਮ ਸਭ ਕੁਝ ਨਾਸ ਹੈ। ਇਸ ਕਰਕੇ ਸਿੱਖੀ ਦੇ ਅੰਦਰ ਜਾਤਾਂ ਦੀ ਗੱਲ ਕਰਨੀ ਬੇਮੈਨੀ ਹੈ। ਚਾਹੇ ਅੱਜ ਅਸੀਂ ਫੇਰ ਜਾਤਾਂ ਵਿੱਚ ਵੰਡੇ ਜਾ ਰਹੇ, ਜਾਤਾਂ ਦੇ ਨਾਮ ਤੇ ਗੁਰਦੁਆਰੇ ਬਣ ਰਹੇ ਨੇ, ਪਰ ਇਹ ਗੁਰੂ ਘਰ ਦਾ ਕਨਸੈਪਟ ਨਹੀਂ ਹੈ, ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਨਹੀਂ ਚਾਹੀਦਾ। ਸਾਨੂੰ ਤੇ ਸਾਰਿਆਂ ਨੂੰ ਮਿਲ ਕੇ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ ਉਹਨੂੰ ਗ੍ਰਹਿਣ ਕਰਨਾ ਚਾਹੀਦਾ ਤੇ ਦੂਜਿਆਂ ਤੱਕ ਪਹੁੰਚਾਉਣਾ ਚਾਹੀਦਾ। ਹੁਣ ਭਾਈ ਸਤੀ ਦਾਸ ਜੀ ਨਹਿਰ ਦੇ ਕਿਨਾਰੇ ਖੜੇ ਕੀਤੇ। ਖੁਦਾ ਨਾ ਕਰੇ ਜੇ ਸਾਡੇ ਵਿੱਚੋਂ ਕਿਸੇ ਦੇ ਕੱਪੜੇ ਨੂੰ ਮਾੜੀ ਮੋਟੀ ਵੀ ਅੱਗ ਲੱਗ ਜਾਵੇ ਤੇ ਅਸੀਂ ਪਾਣੀ ਵੱਲ ਨੂੰ ਭੱਜਦੇ ਹਾਂ, ਪਰ ਇੱਥੇ ਸਿੱਖ ਦਾ ਸਿਰਕ ਦੇਖੋ, ਪਾਣੀ ਵੱਲ ਨੂੰ ਪਿੱਠ ਕੀਤੀ ਹੋਈ ਹੈ। ਗੁਰੂ ਸਾਹਿਬ ਸਾਹਮਣੇ ਪਿੰਜਰੇ ਵੱਲ ਨੂੰ ਮੂੰਹ ਕੀਤਾ ਹੋਇਆ, ਪੈਰਾਂ ਵੱਲੋਂ ਰੂਹ ਚ ਲਪੇਟ ਕੇ ਅੱਗ ਲਾਈ ਹੋਣੀ ਵੀ ਜੇ ਕਿਤੇ ਇਹੀ ਮੰਨ ਜਾਵੇ ਧੱਕਾ ਦੇ ਕੇ ਭਾਈ ਸਤੀ ਦਾਸ ਜੀ ਨੂੰ ਪਾਣੀ 'ਚ ਸਿੱਟ ਦਿਆਂਗੇ। ਭਾਈ ਸਤੀ ਦਾਸ ਜੀ ਪਾਣੀ ਵੱਲ ਨੂੰ ਪਿੱਠ ਹੈ, ਮੂੰਹ ਆਪਣੇ ਸਤਿਗੁਰੂ ਵੱਲ ਨੂੰ ਹੈ ਤੇ ਖੜੇ ਵਾਹਿਗੁਰੂ ਵਾਹਿਗੁਰੂ ਕਰਦੇ ਰੂਹ ਵਿੱਚ ਲਪੇਟੇ ਹੋਏ ਸੜ ਕੇ ਸ਼ਹੀਦ ਹੋ ਗਏ। ਕਾਜੀ ਅਬਦੁਲ ਵਹਾਬ ਬੋਹਰਾ ਦੀ ਇਹ ਤੀਜੀ ਹਾਰ ਹੋ ਗਈ। ਹੁਣ ਕਾਜੀ ਅਬਦੁਲ, ਇਹ 10 ਨਵੰਬਰ 1675 ਦੀ ਗੱਲ ਹੈ। ਕਾਜੀ ਅਬਦੁਲ ਵਹਾਬ ਬੋਹਰਾ ਨੇ ਅਨਾਉਂਸ ਕਰ ਦਿੱਤਾ, ਜਿਸ ਗੁਰੂ ਦੇ ਸਿੱਖ ਇੰਨੇ ਪੱਕੇ ਨੇ ਉਸ ਗੁਰੂ ਦਾ ਡੋਲ ਜਾਣਾ ਹੁਣ ਹੋ ਨਹੀਂ ਸਕਦਾ।
ਬਕਾਇਦਾ ਅਨਾਉਂਸਮੈਂਟ ਕਰ ਦਿੱਤੀ ਗਈ ਕਿ ਕੱਲ ਨੂੰ ਉੱਥੇ ਬੋਹੜ ਦਾ ਦਰਖਤ ਸੀ, ਉਹ ਅਸੀਂ ਆਪ ਗੁਰਦੁਆਰਾ ਸਾਹਿਬ ਬਣਾਉਣ ਦੇ ਲਈ ਕੱਟਿਆ। ਉਹਦਾ ਤਣੇ ਦਾ ਟੁਕੜਾ ਜੇ ਗੁਰਦੁਆਰਾ ਸੀਸਗੰਜ ਸਾਹਿਬ ਜਾਓ ਅੰਦਰ ਪਿਆ, ਰੱਖਿਆ ਹੋਇਆ ਨਿਸ਼ਾਨੀ ਦੇ ਤੌਰ ਤੇ। ਬਕਾਇਦਾ ਥੜਾ ਬਣਾਇਆ ਗਿਆ, ਜਿਹੜਾ ਥੱਲੇ ਖੂਹੀ ਹੈ, ਉਸ ਖੂਹੀ ਤੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ, ਜਿੱਥੋਂ ਅਸੀਂ ਅੱਜ ਜਲ ਵੀ ਗ੍ਰਹਿਣ ਕਰਦੇ ਹਾਂ, ਤੇ ਉੱਥੇ ਇਸ਼ਨਾਨ ਕੀਤਾ। ਇੱਥੇ ਥੜਾ ਬਣਾ ਕੇ ਅਨਾਉਂਸਮੈਂਟ ਕੀਤੀ ਗਈ ਕਿ ਕੱਲ ਨੂੰ ਗੁਰੂ ਸਾਹਿਬ ਨੂੰ ਸੀਸ ਕੱਟ ਕੇ ਸ਼ਹੀਦ ਕਰਨਾ। ਜਲਾਦ ਦਾ ਨਾਂ ਹੈ ਜਲਾਲੁਦੀਨ। ਕਾਜੀ ਅਬਦੁਲ ਵਹਾਬ ਬੋਹਰਾ ਆਇਆ 11 ਨਵੰਬਰ ਨੂੰ, ਗੁਰੂ ਸਾਹਿਬ ਨੇ ਇਸ਼ਨਾਨ ਕੀਤਾ। ਗੁਰੂ ਸਾਹਿਬ ਨੇ ਆਪ ਚੁਣਿਆ ਕਿ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਅਕਾਲ ਪੁਰਖ ਸਾਹਿਬ ਦੇ ਚਰਨਾਂ 'ਚ ਸਿਜਦਾ ਕਰੇ, ਉਦੋਂ ਜਲਾਦ ਜਲਾਲੁਦੀਨ ਸਾਡੇ ਤੇ ਤਲਵਾਰ। ਆਪਾਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਵਰਣਨ ਕਰਨ ਤੋਂ ਪਹਿਲਾਂ ਆਪਣੇ ਕਾਲਰ ਹੈ ਜੀ, ਇੱਕ ਲੈ ਲਈਏ ਜੀ। ਹੈਲੋ ਜੀ। ਹੈਲੋ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇਖ ਰਿਹਾ ਸੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਹਾਡਾ। ਧੰਨਵਾਦ ਵੀਰ ਜੀ। ਤੇ ਬਾਕੀ ਜਿਹੜਾ ਤੁਸੀਂ ਸਿੱਖ ਇਤਿਹਾਸ ਬਾਰੇ ਦੱਸ ਰਹੇ ਹੋ ਤੇ ਗੁਰੂਆਂ ਬਾਰੇ ਦੱਸ ਰਹੇ ਹੋ ਜੀ, ਬਹੁਤ ਵਧੀਆ ਜੀ ਉਪਰਾਲਾ ਤੁਹਾਡਾ। ਥੈਂਕ ਯੂ ਵੀਰ ਜੀ। ਅੱਜ ਕੱਲ ਦੇ ਨੌਜਵਾਨਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਹੁੰਦੀ ਜਾਣਕਾਰੀ ਜਿਹੜੀ ਤੁਸੀਂ ਦੇ ਰਹੇ ਹੋ ਇਸ ਤੇ। ਕੀ ਨਾਮ ਵੀਰ ਜੀ ਆਪਣਾ? ਮੈਂ ਬਿਰਗਾ। ਅੱਛਾ ਜੀ, ਬਿਰਗਾ ਜੀ, ਮੈਂ ਵੀ ਉਸੇ ਪਿੰਡ ਦਾ ਜੰਮਿਆ ਹੋਇਆ ਜੀ। ਅੱਛਾ ਜੀ, ਬਹੁਤ ਵਧੀਆ। ਠੀਕ ਹੈ, ਨੀਲੋ ਨਾਨਕੇ ਹੈ ਜੀ ਮੇਰੇ। ਹਾਂਜੀ, ਗੁਰੂ ਅਰਜਨ ਸਾਹਿਬ ਦਾ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਬਿਲਗਾ। ਹਾਂਜੀ ਹਾਂਜੀ, ਗੁਰੂ ਅਰਜਨ ਦੇਵ ਜੀ ਹੈ ਜੀ। ਹਾਂਜੀ ਹਾਂਜੀ ਹਾਂਜੀ, ਅੱਜ ਵੀ ਨਿਸ਼ਾਨੀਆਂ ਉੱਥੇ ਪਈਆਂ ਨੇ ਉਹਨਾਂ ਦੀਆਂ। ਜੀ ਜੀ ਜੀ, ਦਾਸ ਨੇ ਦਰਸ਼ਨ ਕੀਤੇ ਨੇ ਜੀ। ਹਾਂਜੀ ਹਾਂਜੀ, ਆਪ ਜੀ ਦੇ ਨਗਰ ਤੋਂ ਬਹੁਤ ਵੱਡੇ ਕੀਰਤਨੀਏ ਨੇ ਸੋਢੀ ਸਾਹਿਬ ਜੀ। ਬਿਲਕੁਲ ਜੀ ਜੀ, ਹਾਂਜੀ, ਬਹੁਤ ਵੱਡੇ ਹੋਏ ਨੇ ਜੱਥੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਜੀ। ਬਹੁਤ ਵਧੀਆ ਪ੍ਰੋਗਰਾਮ ਜਾ ਰਿਹਾ। ਧੰਨਵਾਦ ਵੀਰ ਜੀ, ਧੰਨਵਾਦ ਬਹੁਤ ਬਹੁਤ। ਬਹੁਤ ਵਧੀਆ, ਥੈਂਕ ਯੂ। ਬਹੁਤ ਇੰਨੀ ਜਾਣਕਾਰੀ ਦੇ ਰਹੇ ਹੋ, ਥੈਂਕ ਯੂ। ਥੈਂਕ ਯੂ ਜੀ, ਧੰਨਵਾਦ। ਹਾਂਜੀ, ਗੁਰੂ ਸਾਹਿਬ ਦੀ ਗੱਲ ਆਪਾਂ ਕਰ ਰਹੇ ਸੀ। ਗੁਰੂ ਸਾਹਿਬ ਦੀ ਅਸੀਂ ਗੱਲ ਕਰਦੇ ਸੀ। ਗੁਰੂ ਸਾਹਿਬ ਨੇ ਖੁਦ ਕਾਜੀ ਅਬਦੁਲ ਵਹਾਬ ਬੋਹਰਾ ਨੂੰ ਕਿਹਾ, ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਅਕਾਲ ਪੁਰਖ ਸਾਹਿਬ ਦੇ ਚਰਨਾਂ 'ਚ ਸੀਸ ਝੁਕਾਈਏ, ਜਲਾਦ ਜਲਾਲੁਦੀਨ ਸਮਾਣੇ ਵਾਲਾ ਸਾਡੇ ਤੇ ਤਲਵਾਰ ਦਾ ਵਾਰ ਕਰ ਸਕਦਾ। ਹੁਣ ਕਾਜੀ ਅਬਦੁਲ ਵਹਾਬ ਬੋਹਰਾ ਨੇ ਬੜੇ ਕਤਲ ਕਰਵਾਏ, ਸ਼ਹੀਦੀਆਂ ਵੀ ਦੇਖੀਆਂ, ਪਰ ਇਹ ਪਹਿਲੀ ਸ਼ਹੀਦੀ ਸੀ ਜਿਨ੍ਹਾਂ ਨੇ ਖੁਦ ਫੈਸਲਾ ਕੀਤਾ। ਹੁਣ ਕਾਜੀ ਅਬਦੁਲ ਵਹਾਬ ਬੋਹਰਾ ਗੁਰੂ ਸਾਹਿਬ ਨੂੰ ਇੱਕ ਸਵਾਲ ਕਰਦਾ, ਇੱਥੇ ਸਾਰੀ ਸੰਗਤ ਧਿਆਨ ਦੇਵੇ ਕਿ ਜਿਸ ਧਰਮ ਨੂੰ ਗੁਰੂ ਨਾਨਕ ਤੋਂ ਲੈ ਕੇ ਤੁਸੀਂ ਤਿਆਗ ਚੁੱਕੇ ਹੋ, ਧੋਤੀ ਤੁਸੀਂ ਨਹੀਂ ਲਾਉਂਦੇ, ਟਿੱਕਾ ਤੁਸੀਂ ਨਹੀਂ ਲਾਉਂਦੇ, ਗਾਇਤਰੀ ਮੰਤਰ ਤੁਸੀਂ ਨਹੀਂ ਪੜ੍ਹਦੇ, ਮੂਰਤੀਆਂ ਨੂੰ ਤੁਸੀਂ ਨਹੀਂ ਮੰਨਦੇ, ਉਸ ਧਰਮ ਨੂੰ ਬਚਾਉਣ ਦੇ ਲਈ ਸ਼ਹੀਦੀ ਕਰਵਾ ਰਹੇ ਹੋ। ਗੱਲ ਸਮਝ ਨਹੀਂ ਆਉਂਦੀ। ਅਸੀਂ ਤੇ ਤੁਹਾਨੂੰ ਔਰੰਗਜ਼ੇਬ ਦੇ ਬਰਾਬਰ ਸੰਘਾਸਨ ਲਾ ਕੇ ਦੇਣਾ ਸੀ। ਗੁਰੂ ਸਾਹਿਬ ਨੇ ਜਵਾਬ ਬੜਾ ਪਿਆਰਾ ਦਿੱਤਾ, ਪਹਿਲੇ ਜਾਮੇ 'ਚ ਅਸੀਂ ਜ਼ਬਰਦਸਤੀ ਪਾਇਆ ਨਹੀਂ, ਨੌਵੇਂ ਜਾਮੇ 'ਚ ਅਸੀਂ ਜ਼ਬਰਦਸਤੀ ਲਾਉਣ ਵੀ ਨਹੀਂ ਦੇਣਾ। ਮੈਂ ਇਹੋ ਤੁਹਾਨੂੰ ਸਵਾਲ ਕਰਨਾ ਸੀ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੇ ਸਾਕਾ। ਤਿਲਕ ਜੰਜੂ ਦਾ ਰਾਖਾ ਗੁਰੂ ਤੇਗ ਤੇ ਤਿਲਕ ਜੰਜੂ ਜਿਹੜੇ ਗੁਰੂ ਨਾਨਕ ਸਾਹਿਬ ਪਾ ਨਹੀਂ ਰਹੇ, ਹੁਣ ਕਿਸ ਤਰ੍ਹਾਂ? ਹੁਣ ਜਦੋਂ ਇਹ ਗੱਲ ਅਸਲ ਦੇ ਵਿੱਚ ਗੁਰੂ ਸਾਹਿਬ ਦੇ ਜਵਾਬ 'ਚ ਇਹਦਾ ਸਵਾਲ, ਤੁਹਾਡੇ ਇਸ ਸਵਾਲ ਦਾ ਉੱਤਰ ਮਿਲ ਜਾਏਗਾ ਜੀ। ਹੁਣ ਗੁਰੂ ਸਾਹਿਬ ਨੇ ਕਿਹਾ, ਦੇਖੋ ਅਸੀਂ ਇਸ ਧਰਮ ਨੂੰ ਨਹੀਂ ਮੰਨਦੇ, ਪਰ ਦੁਨੀਆ ਦੇ ਹਰੇਕ ਮਨੁੱਖ ਨੂੰ ਆਪਣੇ ਆਪਣੇ ਧਾਰਮਿਕ ਅਕੀਦੇ ਦੇ ਅਨੁਸਾਰ ਆਪਣਾ ਆਪਣਾ ਧਰਮ ਮੰਨਣ ਦਾ ਹੱਕ ਹੈ। ਬਿਲਕੁਲ। ਦੇਖੋ ਅੱਜ ਮੁਸਲਮਾਨ ਤਾਕਤਵਰ ਹੈ, ਹਿੰਦੂ ਕਮਜ਼ੋਰ ਹੈ। ਮੁਸਲਮਾਨ ਤਿਗਾਣਾ ਆ ਤੇ ਹਿੰਦੂ ਨਿਮਾਣਾ ਆ। ਉਹਨਾਂ ਦੇ ਧਰਮ ਤੇ ਜ਼ੁਲਮ ਹੋਇਆ, ਉਹ ਸਾਡੇ ਕੋਲ ਆਏ, ਅਸੀਂ ਉਹਨਾਂ ਦਾ ਧਰਮ ਬਚਾਉਣ ਲਈ ਸ਼ਹਾਦਤ ਕਰਵਾਉਣ ਲੱਗੇ ਆ। ਜੇ ਕਿਤੇ ਉਲਟਾ ਹੁੰਦਾ, ਹਿੰਦੂ ਤਾਕਤਵਰ ਹੁੰਦਾ, ਮੁਸਲਮਾਨ ਕਮਜ਼ੋਰ ਹੁੰਦਾ, ਤੁਹਾਡੇ ਧਰਮ ਤੇ ਜ਼ੁਲਮ ਹੋ ਰਿਹਾ ਹੁੰਦਾ, ਤੁਹਾਡੇ ਤੇ ਜ਼ੁਲਮ ਹੋ ਰਿਹਾ ਹੁੰਦਾ, ਤੁਸੀਂ ਸਾਡੇ ਕੋਲ ਆ ਜਾਂਦੇ, ਅਸੀਂ ਤੁਹਾਡਾ ਧਰਮ ਬਚਾਉਣ ਦੇ ਲਈ ਵੀ ਸ਼ਹਾਦਤ ਕਰਵਾ ਲੈਣੀ ਸੀ। ਇਹ ਗੱਲ ਮਨੁੱਖੀ ਅਧਿਕਾਰਾਂ ਦੀ ਹੈ। ਤੇਰੀਆਂ ਅੱਖਾਂ ਤੇ ਕਾਜੀ ਅਬਦੁਲ ਵਹਾਬ ਬੋਹਰਾ ਕੱਟੜਤਾ ਦਾ ਪਰਦਾ ਪਿਆ ਹੋਇਆ, ਤੁਸੀਂ ਕਿਸੇ ਦੇ ਧਰਮ ਵਿੱਚ ਦਖਲ ਨਹੀਂ ਦੇ ਸਕਦੇ। ਇਹ ਗੱਲ ਮਨੁੱਖੀ ਅਧਿਕਾਰਾਂ ਦੀ ਸਮਝਣ ਦੀ ਲੋੜ ਹੈ, ਇਸ ਕਰਕੇ ਅਸੀਂ ਸ਼ਹਾਦਤ ਕਰਵਾਉਣ ਲੱਗੇ ਹਾਂ। ਹੁਣ ਕਾਜੀ ਅਬਦੁਲ ਵਹਾਬ ਬੋਹਰਾ ਨੇ ਆਪਣੇ ਜਿਹੜੇ ਅਖੀਰਲੇ ਦਸਤਖਤ ਨੇ ਉਹ ਗੁਰੂ ਸਾਹਿਬ ਦੇ ਸ਼ਹਾਦਤਨਾਮੇ ਤੇ ਕੀਤੇ ਨੇ। ਗੁਰੂ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਅਕਾਲ ਪੁਰਖ ਸਾਹਿਬ ਦੇ ਚਰਨਾਂ 'ਚ ਸਜਦਾ ਕੀਤਾ। ਜਲਾਦ ਜਲਾਲੁਦੀਨ ਨੇ ਤਲਵਾਰ ਚਲਾਈ,
ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ, ਸੀਸ ਕੱਟ ਕੇ ਅਲੱਗ ਕਰ ਦਿੱਤਾ। ਹਾਂ ਹੁਣ ਕਾਜੀ ਅਬਦੁਲ ਵਹਾਬ ਬੋਰਾ ਗੁਰੂ ਸਾਹਿਬ ਦੇ ਜਵਾਬਾਂ ਤੋਂ ਮਨੋਵਿਗਿਆਨਕ ਤੌਰ ਤੇ ਪਰੇਸ਼ਾਨ ਹੋ ਗਿਆ ਜੀ, ਆਪਣੇ ਘਰ ਚਲਾ ਗਿਆ, ਕਮਲਾ ਹੋ ਗਿਆ, ਉੱਠ ਕੇ ਭੱਜਦਾ ਸੀ, ਪਰਿਵਾਰ ਨੇ ਸੰਗਲਾਂ ਨਾਲ ਬੰਨ ਲਿਆ। 24 ਨਵੰਬਰ 1675 ਨੂੰ ਆਪਣੇ ਘਰ ਦੇ ਵਿੱਚ ਚੀਕਾ ਮਾਰਦਾ, ਰੌਲਾ ਪਾਉਂਦਾ ਜਿਹੜਾ ਉਹ ਕੁੱਤੇ ਦੀ ਮੌਤ ਵੀ ਮਰ ਗਿਆ। ਧਿਆਨ ਦਿਓ, ਮਾਫ ਕਰਨਾ, 27 ਨਵੰਬਰ 1675 ਨੂੰ ਕਾਜੀ ਅਬਦੁਲ ਵਹਾਬ ਬੋਰਾ ਜਿਹੜਾ ਉਹ ਧੜ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਲੈ ਜਾਂਦੇ ਨੇ, ਰਕਾਬਗੰਜ ਦੇ ਸਥਾਨ ਤੇ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰਦੇ ਨੇ। ਸੀਸ ਭਾਈ ਜੱਤਾ ਲੈ ਗਿਆ। ਆਨੰਦਪੁਰ ਸਾਹਿਬ, ਸੀਸਗੰਜ ਸਾਹਿਬ, ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਤਿਹਾਸ ਦੇ ਵਿੱਚ ਕੋਈ ਐਸੀ ਮਿਸਾਲ ਮਿਲਦੀ ਹੈ ਕਿ ਕਿਸੇ ਦਾ ਸੰਸਕਾਰ ਵੱਖਰੀ ਜਗ੍ਹਾ ਤੇ ਹੋਇਆ ਹੋਵੇ ਤੇ ਸੀਸ ਕਿਤੇ ਵੱਖਰੀ, ਦੋ ਜਗ੍ਹਾ ਤੇ ਇੱਕ ਦਾ ਸੰਸਕਾਰ ਹੋਇਆ ਹੋਵੇ ਇੱਕ ਇਦਾਂ ਦੀ ਐਗਜ਼ਾਮਪਲ ਸੰਸਾਰ ਦੇ ਵਿੱਚ ਦਾਸ ਨੇ ਤੇ ਕਿਤੇ ਨਹੀਂ ਪੜੀ। ਅਸਲ ਦੇ ਵਿੱਚ ਗੁਰੂ ਸਾਹਿਬ ਦੇ ਪਵਿੱਤਰ ਸਰੀਰ ਨੂੰ ਸਿੱਖਾਂ ਨੇ ਕਿਉਂ ਸੰਭਾਲਿਆ, ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਹੈ ਜੀ। ਕਿਉਂਕਿ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਸੀ ਦਹਿਸ਼ਤ ਦਾ ਮਾਹੌਲ ਬਣਾਉਣ ਦੇ ਲਈ। ਗੁਰੂ ਸਾਹਿਬ ਦੇ ਪਵਿੱਤਰ ਸਰੀਰ ਦੇ 4 ਟੁਕੜੇ ਕਰਕੇ ਦਿੱਲੀ ਦੇ ਚੌਹਾਂ ਗੇਟਾਂ ਤੇ, ਦਿੱਲੀ ਗੇਟ, ਅਜਮੇਰੀ ਗੇਟ, ਲਾਹੌਰੀ ਗੇਟ ਤੇ ਕਸ਼ਮੀਰੀ ਗੇਟ ਤੇ ਲਟਕਾ ਦਿੱਤੇ ਜਾਣ। ਸਰੀਰ, ਪਵਿੱਤਰ ਸਰੀਰ ਦੀ ਬੇਅਦਬੀ ਕੀਤੀ ਜਾਵੇ। ਪਰ ਇਹ ਸਿੱਖਾਂ ਦੀ ਜੁਰਤ ਆ ਕਿ ਸਿੱਖਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੀ ਬੇਅਦਬੀ ਨਹੀਂ ਜੇ ਹੋਣ ਦਿੱਤੀ। ਇਹ ਬੜਾ ਜੁਰਤ ਭਰਿਆ ਕਾਰਨਾਮਾ। ਅਗਲੇ ਸਮੇਂ 'ਚ ਆਪਾਂ ਇਹਦੇ ਤੇ ਵੀ ਜ਼ਰੂਰ ਗੱਲ ਕਰਾਂਗੇ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਹੋ ਗਈ। ਕਾਜੀ ਅਬਦੁਲ ਵਹਾਬ ਬੋਰਾ ਜਿਹੜਾ ਉਹ 27 ਨਵੰਬਰ 1675 ਨੂੰ ਆਪਣੇ ਘਰ ਦੇ ਅੰਦਰ ਸੰਗਲਾਂ ਨਾਲ ਬੰਨਿਆ ਹੋਇਆ ਕੁੱਤੇ ਦੀ ਮੌਤ ਮਰ ਜਾਂਦਾ ਹੈ। ਪਰ ਇੱਕ ਹੋਰ ਸਵਾਲ ਸੀ, 24 ਨਵੰਬਰ ਨੂੰ, ਇੱਕ ਸੈਕਿੰਡ, 24 ਨਵੰਬਰ ਨੂੰ ਬਾਬਾ ਲੱਖੀ ਸ਼ਾਹ ਵਣਜਾਰਾ ਪੰਥ ਪ੍ਰਕਾਸ਼ ਦੇ ਮੁਤਾਬਕ ਇੱਕ ਛਪਰੀ ਬਣਾ ਕੇ ਰਕਾਬਗੰਜ ਦੇ ਸਥਾਨ ਤੇ ਗੁਰੂ ਸਾਹਿਬ ਦੇ ਨਾਮ ਦਾ ਦੀਵਾ ਜਗਾ ਦਿੰਦਾ, ਜਿਹੜਾ ਅੱਜ ਵੀ ਜਗਦਾ ਔਰ ਸੰਸਾਰ ਨੂੰ ਸੁਨੇਹਾ ਦੇ ਰਿਹਾ, ਇਹ ਦੁਨੀਆ ਦੇ ਲੋਕੋ, ਇੱਥੇ ਉਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਹੋਇਆ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਆਪਣੀ ਸ਼ਹਾਦਤ ਕਰਵਾਈ। ਤੇ ਅੱਜ ਰਕਾਬਗੰਜ ਸਾਹਿਬ ਸਾਡੇ ਲਈ ਚਾਨਣ ਮਨਾਰਾ, ਜਿੱਥੇ ਸੀਸਗੰਜ ਸਾਹਿਬ ਦੇ ਸਥਾਨ ਤੇ ਲੱਖਾਂ ਦੀ ਕਰੋੜਾਂ ਸੀਸ ਝੁਕਦੇ ਆ, ਉੱਥੇ ਹੀ ਰਕਾਬਗੰਜ ਸਾਹਿਬ ਤੋਂ ਇਹ ਸੁਨੇਹਾ ਜਾਂਦਾ ਕਿ ਜਦੋਂ ਅਸੀਂ ਪੜ੍ਹਦੇ ਹਾਂ ਇਤਿਹਾਸ ਦੇ ਅੰਦਰ, ਸਾਡੇ ਕੋਲ ਸੈਨਾਪਤ ਸਾਹਿਬ ਦੀ, ਜਿਹੜਾ ਗੁਰੂ ਸਾਹਿਬ ਦਾ ਦਰਬਾਰੀ ਕਵੀ ਹੈ ਸੈਨਾਪਤ, ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਪ੍ਰਗਟ ਭੈ ਗੁਰੂ ਤੇਗ ਬਹਾਦਰ ਸਗਲ ਸ਼੍ਰਿਸ਼ਟ ਪੇ ਢਾਪੀ ਚਾਦਰ, ਮਨੁੱਖੀ ਅਧਿਕਾਰਾਂ ਦੀ ਰਾਖੀ ਆਪਣਾ ਸੀਸ ਦੇ ਕੇ ਹਿੰਦੂ ਧਰਮ ਨੂੰ ਬਚਾ ਕੇ ਤਿਲਕ ਜੰਜੂ ਰਾਖਾ ਪ੍ਰਭਤਾਕਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤੀ ਹੈ ਜੀ। ਸੋ ਸਭ ਤੋਂ ਵੱਡੀ ਦੇਣ ਜਿਹੜੀ ਆ ਇਹ ਹੋਈ ਆ ਵੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਜੀ। ਸੋ ਸਾਡੀ ਜਿਹੜੀ ਜੀ ਗੱਲਬਾਤ ਚੱਲ ਰਹੀ ਆ ਸਰਦਾਰ ਸੋਹਣ ਸਿੰਘ ਜੀ ਖਾਲਸਾ ਦੇ ਨਾਲ ਔਰ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੂੰ ਧਰਮ ਦੀ ਚਾਦਰ ਕਿਹਾ ਜਾਂਦਾ। ਕੁਝ ਲੋਕ ਸਾਡੇ ਵੀਰ ਇਤਰਾਜ਼ ਵੀ ਕਰਦੇ ਆ ਕਿ ਹਿੰਦ ਦੀ ਚਾਦਰ ਨਹੀਂ ਕਹਿਣਾ ਜੀ, ਕਿਉਂਕਿ ਹਿੰਦੁਸਤਾਨ ਦੇ ਲਈ ਕੁਰਬਾਨੀ ਨਹੀਂ ਕੀਤੀ, ਇਹਨਾਂ ਨੇ ਧਰਮ ਦੇ ਲਈ ਕੁਰਬਾਨੀ ਕੀਤੀ ਹੈ। ਸੋ ਸਮੁੱਚੀ ਸ੍ਰਿਸ਼ਟੀ ਲਈ ਕੁਰਬਾਨੀ ਕੀਤੀ ਹੈ ਜੀ ਗੁਰੂ ਸਾਹਿਬ ਨੇ। ਪ੍ਰਗਟ ਭੈ ਗੁਰੂ ਤੇਗ ਬਹਾਦਰ ਸਗਲ ਸ਼੍ਰਿਸ਼ਟ ਪੇ ਢਾਪੀ ਚਾਦਰ, ਸਮੁੱਚੀ ਸ੍ਰਿਸ਼ਟੀ ਤੇ ਚਾਦਰ ਪਾਈ ਹੈ। ਸੋ ਸਾਡੀ ਜਿਹੜੀ ਗੱਲਬਾਤ ਹੈ ਜੀ ਅੱਜ ਤਕਰੀਬਨ ਇੱਥੇ ਹੀ ਸਮਾਪਤ ਆ ਔਰ ਅਗਲੇ ਹਫਤੇ ਫਿਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਦੇ ਦਾਤੇ, ਆਪੇ ਗੁਰਚੇਲਾ, ਉਹਨਾਂ ਨੇ ਕੀ ਕੀ ਦੇਣ ਦਿੱਤੀ ਆ ਸਾਡੀ ਕੌਮ ਨੂੰ ਔਰ ਕੀ ਉਹਨਾਂ ਨੇ ਪਰਉਪਕਾਰ ਕੀਤਾ। ਔਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਜਿਹੜਾ ਗੁਰਦੁਆਰਾ ਸਾਹਿਬਾਨ ਦਾ ਇਤਿਹਾਸ ਆ, ਅੱਜ ਦੀ ਜੋ ਮੌਜੂਦਾ ਜਿਹੜੀ ਹੋਂਦ ਆ, ਉਸ ਦੇ ਉੱਤੇ ਵੀ ਅਸੀਂ ਆਉਣ ਵਾਲੇ ਹਫਤੇ ਜਿਹੜਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰੱਖਾਂਗੇ। ਸੋ ਪਿਛਲੇ 3-4 ਹਫਤੇ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ, ਪਸੰਦ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਅਗਰ ਕੋਈ ਵੀ ਤੁਹਾਡਾ ਸੁਝਾਅ ਹੋਵੇ ਜਾਂ ਤੁਸੀਂ ਕੋਈ ਚਾਹੁੰਦੇ ਹੋ ਕਿ ਵਧੀਆ ਟੌਪਿਕ ਤੁਹਾਡੇ ਲਈ ਲੈ ਗਈਏ ਧਾਰਮਿਕ ਵਿਸ਼ੇ ਦੇ ਉੱਤੇ, ਸੋ ਉਹ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਸਾਡਾ ਪ੍ਰੋਗਰਾਮ ਨੂੰ ਦੇਖਣ ਦੇ ਲਈ, ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੁੜੇ ਰਹੋਗੇ। ਹੋਈਆਂ ਭੁੱਲਾਂ ਦੀ ਖਿਮਾ ਖਾਲਸਾ ਜੀ, ਲਈਏ ਛੁੱਟੀ ਜੀ। ਸੋ ਇੱਥੇ ਹੀ ਸਾਨੂੰ ਇਜਾਜ਼ਤ ਦਿਓ। ਅਗਰ ਕਿਸੇ ਤਰ੍ਹਾਂ ਦੀ ਵੀ ਤੁਸੀਂ ਕੋਈ ਟ੍ਰਾਂਜੈਕਸ਼ਨ ਕਰਨੀ ਆ, ਘਰ ਦੀ ਵੇਚਣਾ ਹੈ, ਖਰੀਦਣਾ ਹੈ, ਤਾਂ ਦਿਲਕਰਨ ਸਿੰਘ ਬੋਪਰਾਏ ਦੇ ਨਾਲ ਜ਼ਰੂਰ ਸੰਪਰਕ ਕਰਨਾ ਜੀ। ਸੋ ਸਾਨੂੰ ਇਜਾਜ਼ਤ ਦਿਓ। ਸਾਚ ਕਹੋ ਸੁਣ ਲਿਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।